95 ਦੇ ਵਿੱਚ। ਜੀ ਜੀ ਇਹ ਜਿਹੜਾ ਪੁਰਾਣਾ ਰੈਸਟ ਹਾਊਸ ਹੈ ਨਾ ਜਿਹੜਾ ਆਪਣਾ ਚਨਾਬ ਕਲੱਬ, ਹਾਂ ਹਾਂ ਇਹ ਉਦੋਂ ਬਣ ਗਿਆ ਸੀ। ਠੀਕ ਇਹ ਹੈ। ਪਹਿਲਾਂ ਸੀ ਇੱਥੇ ਉਹ ਅੰਗਰੇਜ਼ ਰਹਿੰਦੇ ਸੀ। ਠੀਕ ਹੈ। ਅੱਛਾ 1906 ਦੇ ਵਿੱਚ ਇਹ ਕਾਰੀ ਦੀ ਬੁਨਿਆਦ ਰੱਖੀ। ਇਹ ਕਾਰੀ ਜਿਹੜਾ ਸਾਡਾ ਸੀ ਨਾ, ਇਹ ਜਿਹੜਾ ਲੈਲਪੁਰ ਹੈ, ਇਹ ਝੰਗ ਦੇ ਨਾਲ ਸੀ ਪਹਿਲਾਂ। ਠੀਕ ਹੈ। ਇਹ ਝੰਗ ਦੇ ਨਾਲ ਸੀ। ਫਿਰ ਇਹਦੇ ਬਾਅਦ ਇਹਨੂੰ ਇੰਡੀਪੈਂਡੈਂਸ ਮਿਲ ਗਿਆ, ਇਹ ਜ਼ਿਲ੍ਹਾ ਬਣਾ ਦਿੱਤਾ ਗਿਆ। ਔਰ ਜ਼ਿਲ੍ਹਾ ਜਿਸ ਵੇਲੇ ਬਣ ਗਿਆ 1906 ਦੇ ਵਿੱਚ ਇੱਕ ਕਾਲਜ ਦੀ ਬੁਨਿਆਦ ਰੱਖੀ ਗਈ। 1909 ਦੇ ਵਿੱਚ ਦਾਖਲਾ ਸ਼ੁਰੂ ਹੋਇਆ। ਠੀਕ ਹੈ। 1909 ਦੇ ਵਿੱਚ ਠੀਕ ਹੈ। 12 ਬੰਦੇ ਦਾਖਲ ਹੋਏ। 12 ਬੰਦੇ ਦਾਖਲ ਹੋਏ ਜਿਨ੍ਹਾਂ ਨੇ ਉਹ ਕੋਰਸ ਸੀ ਡਿਪਲੋਮਾ ਕੋਰਸ। ਉਹ ਮਹਿਕਮਾ ਜ਼ਰਾਅਤ ਕਰਦਾ, ਯੂਨੀਵਰਸਿਟੀ ਨਹੀਂ ਸੀ ਕਰਦੀ। ਉਹ ਡਿਪਲੋਮੇ ਦਾ ਕੋਰਸ ਸੀ 3 ਸਾਲ ਦਾ। 3 ਸਾਲ ਦਾ ਉਹਨਾਂ 'ਚ ਫਿਰ ਉਹਨੂੰ ਦੋ ਹਿੱਸਿਆਂ 'ਚ ਤਕਸੀਮ ਕਰਦਾ ਗਿਆ, ਇੱਕ 3 ਸਾਲ ਦਾ ਅਤੇ ਇੱਕ 2 ਸਾਲ ਦਾ। ਜਿਹੜਾ 2 ਸਾਲ ਦਾ ਸੀ ਉਹਨੂੰ LC ਦਾ ਨਾਂ ਦਿੱਤਾ ਗਿਆ, ਉਹਨੂੰ ਲਾਇਸੈਂਸੀਏਟ ਕਰਦਾ। ਜਿਹੜਾ 3 ਸਾਲ ਦਾ ਸੀ ਉਹਨੂੰ LAG ਲਾਇਸੈਂਸੀਏਟ ਇਨ ਐਗਰੀਕਲਚਰ ਕਰਤਾ ਗਿਆ। ਚੁਣਾਂਚੇ ਉਹ 12 ਬੰਦੇ ਜਿਹੜੇ ਦਾਖਲ ਹੋਏ, ਉਹਨਾਂ ਦੇ 6 ਦੇ ਵਿੱਚੋਂ 6 ਜਿਹੜੇ ਸਨ ਉਹਨਾਂ ਨੇ LC ਕਰਕੇ ਛੱਡ ਦਿੱਤਾ, ਚਲੇ ਗਏ। ਜਿਹੜੇ 6 ਸਨ ਉਹਨਾਂ ਨੇ LAG ਕਰ ਲਿਆ। ਉਹ 6 ਜਿਹੜੇ ਸਨ ਨਾ ਉਹਨਾਂ ਨੇ, ਹੁਣ ਮੈਂ ਜਿਹੜੀ ਮੇਰੀ ਗੱਲ ਅਜੀਬ ਹੈ, ਮੈਂ ਉਹਨਾਂ ਨੂੰ ਸਾਰਿਆਂ ਨੂੰ ਦੇਖਿਆ। ਉਹ ਜਿਸ ਵੇਲੇ ਮੈਂ 1941 ਦਾਖਲ ਹੋਇਆ ਨਾ, ਉਹ ਜਿਹੜੇ ਸਨ ਉਹਨਾਂ 6 ਦੇ ਵਿੱਚੋਂ ਕੋਈ ਪ੍ਰਿੰਸੀਪਲ ਸੀ ਇਸ ਕਾਲਜ ਦਾ, ਕੋਈ ਪ੍ਰੋਫੈਸਰ ਬਾਰਨੀ ਸੀ, ਉਹ ਕੋਈ ਡਿਪਟੀ ਡਾਇਰੈਕਟਰ ਸੀ, ਕੋਈ ਡਾਇਰੈਕਟਰ ਬਣਿਆ ਉਸ ਵੇਲੇ। 1917 ਦੇ ਵਿੱਚ ਇਹ ਜਿਹੜਾ ਕਾਲਜ ਸੀ ਨਾ, ਇਹਨੂੰ ਅਫੀਲੀਏਟ ਕਰਦਾ ਗਿਆ ਪੰਜਾਬ ਯੂਨੀਵਰਸਿਟੀ ਦੇ ਨਾਲ। ਔਰ ਫਿਰ BSc ਐਗਰੀਕਲਚਰ ਦੀ ਡਿਗਰੀ ਸ਼ੁਰੂ ਹੋਈ 1917 'ਚ। 1921 ਦੇ ਵਿੱਚ ਪਹਿਲੀ ਕਲਾਸ ਨਿਕਲੀ। 1921 ਦੇ ਵਿੱਚ ਪਹਿਲੀ ਕਲਾਸ ਲਈ। 1928 ਦੇ ਵਿੱਚ ਪਹਿਲਾ MSc ਨਿਕਲਿਆ। ਅੱਛਾ ਠੀਕ ਹੈ। ਮੈਂ ਫਜ਼ਲਦੀਨ ਪਾਸ਼ਾ ਉਹਦਾ ਨਾਂ ਸੀ, ਉਹ ਪਹਿਲਾ। 1941-42 ਦੇ ਵਿੱਚ ਪਹਿਲਾ PhD ਨਿਕਲਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ। ਇਹ ਇਸ ਲਈ ਫਿਰ 1947 ਦੇ ਪਾਕਿਸਤਾਨ ਬਣ ਗਿਆ। 1947 ਵਿੱਚ ਜਿਹੜਾ ਸਟਾਫ ਸੀ ਨਾ ਨਾਨ ਮੁਸਲਿਮ, ਉਹ ਮਾਈਗ੍ਰੇਟ ਕਰ ਗਿਆ। ਲੇਕਿਨ 1960 ਤੱਕ ਇਹ ਕਾਲਜ ਹੀ ਰਿਹਾ। ਔਰ ਇਹਦੇ ਵਿੱਚ ਇਹ ਕਾਲਜ ਦਾ ਜਿਹੜਾ ਸੀ ਨਾ, ਉਸਨੇ ਉਹੀ ਪੋਸਟਾਂ ਰਹੀਆਂ, ਉਹੀ ਗੱਲ ਰਹੀ। ਮੁਸਲਮਾਨਾਂ ਨੂੰ ਪ੍ਰਮੋਸ਼ਨਾਂ ਹੋ ਗਈਆਂ। 1961 ਦੇ ਵਿੱਚ ਇਹ ਯੂਨੀਵਰਸਿਟੀ ਬਣ ਗਈ। ਭਾਈ ਇਹ ਯੂਨੀਵਰਸਿਟੀ ਦਾ ਨਾਮ ਰੱਖਿਆ ਵੈਸਟ ਪਾਕਿਸਤਾਨ ਐਗਰੀਕਲਚਰ ਯੂਨੀਵਰਸਿਟੀ, WPAU, ਵੈਸਟ ਪਾਕਿਸਤਾਨ ਐਗਰੀ। ਉਹਦੇ ਬਾਅਦ ਉਹਦੇ ਬਣ ਗਈ ਈਸਟ ਪਾਕਿਸਤਾਨ ਐਗਰੀਕਲਚਰ ਯੂਨੀਵਰਸਿਟੀ, ਉਹ ਬਣੀ ਮੈਮਨ ਸਿੰਘ ਦੇ ਵਿੱਚ। ਮੈਂ ਵੀ ਵੇਖੀ ਹੈ, ਇਹ ਵੇਖੀ ਉਹ ਵੇਖੀ। ਉਹਦੇ ਬਾਅਦ ਇਹ ਹਾਲਾਤ ਬਦਲੇ। ਉਹਦੇ ਉਹ ਬਣੀ ਕਿ ਜੇ ਫਿਰ ਨਹੀਂ ਕਿ ਇਹ ਸਾਡੀ ਯੂਨੀਵਰਸਿਟੀ ਦਾ ਨਾਂ ਜਿਹੜਾ ਸੀ ਨਾ, ਪਤਾ ਨਹੀਂ ਕਿਉਂ ਇਹਨਾਂ ਨੇ ਬਦਲਿਆ, ਇਹਦਾ ਨਾਂ ਰੱਖ ਦਿੱਤਾ ਗਿਆ ਜਿਹੜਾ ਅੱਜ ਕੱਲ੍ਹ ਯੂਨੀਵਰਸਿਟੀ ਐਗਰੀਕਲਚਰ ਫੈਸਲਾਬਾਦ। 1974 ਤੱਕ ਇਹਦਾ ਨਾਂ, 1974 ਦਾ ਪਹਿਲਾਂ ਤੱਕ ਇਹਦਾ ਨਾਂ ਵੈਸਟ ਪਾਕਿਸਤਾਨ ਐਗਰੀਕਲਚਰ। ਜਿਨ੍ਹਾਂ ਲੋਕਾਂ ਦੀ ਡਿਗਰੀ ਪਹਿਲਾਂ ਲਈ ਹੈ ਨਾ, ਉਹ ਵੀ WPAU ਤੋਂ ਲਈ ਹੈ, ਵੈਸਟ ਪਾਕਿਸਤਾਨ ਐਗਰੀ ਯੂਨੀਵਰਸਿਟੀ ਦੀ। ਸ਼ੌਕ ਸਾਹਿਬ ਬਾਅਦ 'ਚ ਆਏ ਨੇ ਨਾ, ਇਹਨਾਂ ਦੀ ਡਿਗਰੀ UAF ਦੀ ਹੈ, ਯੂਨੀਵਰਸਿਟੀ ਐਗਰੀਕਲਚਰ ਫੈਸਲਾਬਾਦ। ਇਹ ਥੋੜੀ ਤਾਰੀਖ ਹੈ। ਔਰ ਹੁਣ ਜਿਹੜੇ ਹਾਲਾਤ ਨੇ ਤੁਹਾਡੇ ਸਾਹਮਣੇ, ਉਹ ਤੁਸੀਂ ਖੁਦ ਦੇਖ। IAS ਐਗਰੀਕਲਚਰ ਇੰਪੀਰੀਅਡ ਸਰਵਿਸ, ਉਹਦੇ ਵਿੱਚ ਪਹਿਲਾਂ ਇਹ ਸੀ ਕਿ ਜਿਹੜੇ 1919 ਦੇ ਵਿੱਚ ਹੋਏ। 1919 ਦੇ ਵਿੱਚ ਮਈਆਂ ਜਿਹੜੇ ਸਨ, ਜਿਹੜੇ ਫਿਰ ਬਾਅਦ 'ਚ ਵਾਈਸ ਚਾਂਸਲਰ ਬਣੇ ਨੇ, ਉਹਨਾਂ ਨੂੰ ਵੀ IAS ਦੇ ਵਿੱਚ ਲਿਆ ਗਿਆ। ਜਿਹੜੇ ਅੰਗਰੇਜ਼ ਸਨ ਉੱਥੋਂ ਆਏ, ਅੰਗਰੇਜ਼ ਵੀ ਸਨ, ਉਹਨਾਂ ਨੂੰ ਵੀ IAS ਦੇ ਐਗਰੀਕਲਚਰ ਦੇ ਵਿੱਚ ਲਿਆ ਗਿਆ। 4-5 ਅੰਗਰੇਜ਼ ਸਨ, 4-5 ਸਾਡੇ ਇੱਥੇ ਇੰਡੀਅਨ ਸਨ, ਇਹਨਾਂ ਨੂੰ ਆਈ ਹੋਈ। ਇਹ IAS ਰਿਹਾ। ਉਹਦੇ ਬਾਅਦ ਇਹ 1932 ਦੇ ਵਿੱਚ ਆ ਕੇ ਨਾ ਉਹ IAS ਨੂੰ ਮਿਟਾ ਦਿੱਤਾ ਗਿਆ। ਉਹਦੇ ਵਿੱਚ ਪ੍ਰੋਵਿੰਸ਼ੀਅਲ ਸਰਵਿਸ ਵੀ ਦਿੱਤੀ ਗਈ। ਪ੍ਰੋਵਿੰਸ਼ੀਅਲ ਸਰਵਿਸ ਦੀਆਂ 2 ਕੈਟੇਗਰੀਆਂ ਸਨ, ਇੱਕ WPS1, ਇੱਕ WPS2। ਤੇ ਜਿਹੜਾ ਸਬਾਰਡੀਨੇਟ ਸਰਵਿਸ ਸੀ ਉਹਨੂੰ ਰਿਸਰਚ ਅਸਿਸਟੈਂਟ ਕਹਿੰਦੇ ਹਨ। ਇਹ 3 ਸਰਵਿਸਿਸ ਸਨ। ਔਰ ਉਹ ਜ਼ਮਾਨਾ ਅਜੀਬ ਸੀ, ਤੁਸੀਂ ਹੈਰਾਨ ਹੋ ਗਏ। ਮੈਂ ਜੀ ਆਪ ਖੁਦ ਹੈਰਾਨ ਨਾ। ਜਦੋਂ ਮੈਂ 1941 'ਚ ਦਾਖਲ ਹੋਇਆ, ਸਾਡੀ ਫੀਸ ਜਿਹੜੀ ਸੀ ਨਾ, ਫੀਸ ਉਹ ਸਿਰਫ 8 ਰੁਪਏ, 8 ਰੁਪਏ ਫੀਸ ਸੀ ਸਾਲਾਨਾ। ਔਰ ਇਸ ਹੋਸਟਲ ਦੇ ਵਿੱਚ ਜਿਹੜੇ ਅਸੀਂ ਮੁੰਡੇ ਰਹਿੰਦੇ ਹਨ, ਉਹਨਾਂ ਦਾ ਕੁੱਲ ਖਰਚ 20-25 ਰੁਪਏ ਆਉਂਦਾ ਸੀ ਮਹੀਨੇ ਦਾ, ਫੀਸ ਪਾ ਕੇ।
ਫੀਸ ਪਾ ਕੇ 20-25 ਰੁਪਈਏ ਖਰਚ ਆਉਂਦਾ ਸੀ। ਔਰ ਜਿਨ੍ਹਾਂ ਲੋਕਾਂ ਨੂੰ ਵਜ਼ੀਫਾ ਮਿਲਦਾ ਸੀ ਨਾ, ਅੰਬਾਲਾ ਰੁਪਈਏ ਤੋਂ ਛੋਟੂ ਰਾਮ ਨੇ ਵਜ਼ੀਫਾ ਦਿੱਤਾ ਸੀ 1961, ਉਹਨਾਂ ਨੂੰ 30 ਰੁਪਈਏ ਵਜ਼ੀਫਾ ਆਉਂਦਾ ਹੁੰਦਾ ਸੀ। ਜਿਹੜਾ ਇੱਕ ਹੋਰ ਸੀ ਕਿੱਲਾ ਗਿਫਟ ਫੰਡ, ਕਿੱਲਾ ਗਿਫਟ ਫੰਡ ਇਹ ਸੀ ਜਿਹੜੇ ਜ਼ਿਮੀਂਦਾਰਾਂ ਦੇ ਬੱਚੇ ਸਨ ਨਾ, ਉਹਨਾਂ ਨੂੰ 8 ਰੁਪਈਏ ਵਜ਼ੀਫਾ ਮਿਲਦਾ ਹੁੰਦਾ ਸੀ। ਉਹ 8 ਰੁਪਈਏ ਵਜ਼ੀਫਾ ਜੇ ਮੁਖਤਲਿਫ ਦਿਨਾਂ ਦੇ ਕਿੱਲਾ ਗਿਫਟ ਫੰਡ ਦੇ ਲੈਲਪੁਰ ਵੀ ਸ਼ਾਮਲ ਸੀ, ਇਹਨਾਂ ਨੂੰ ਵਜ਼ੀਫਾ ਮਿਲਦਾ ਹੁੰਦਾ। ਇੱਕ ਹੋਰ ਬੜੀ ਅੱਛੀ ਗੱਲ ਸੀ, ਜਿਹੜੇ ਸਾਡਾ ਮੁਸਲਮਾਨ ਸਟਾਫ ਸੀ ਨਾ ਇੱਥੇ, ਅਸਿਸਟੈਂਟ ਪ੍ਰੋਫੈਸਰ ਜਾਂ ਪ੍ਰੋਫੈਸਰ, ਉਹਨਾਂ ਨੇ 10-10 ਰੁਪਈਏ ਮਹੀਨੇ ਆਪਣੀ ਤਨਖਾਹ ਚੋਂ ਕਟਾਉਂਦੇ ਰੱਖਿਆ ਸੀ। ਇੱਕ ਫੰਡ ਰੱਖਿਆ, ਉਹਨੂੰ ਮੁਸਲਿਮ ਇਮਦਾਦੀ ਫੰਡ ਕਿਹਾ ਜਾਂਦਾ। ਮੁਸਲਿਮ ਇਮਦਾਦੀ ਫੰਡ, ਜਿਹੜੇ ਗਰੀਬ ਬੱਚੇ ਹੈ ਨਾ ਮੁਸਲਮਾਨਾਂ ਦੇ, ਉਹਨਾਂ ਨੂੰ ਉਹ 4 ਰੁਪਈਏ 6 ਰੁਪਈਏ 8 ਰੁਪਈਏ ਜਿੰਨੀ ਜ਼ਰੂਰਤ ਹੁੰਦੀ ਸੀ ਨਾ, ਉਹਦੇ ਮੁਤਾਬਕ ਉਹਨਾਂ ਨੂੰ ਉਹ 200-300 ਰੁਪਈਆ ਇਕੱਠਾ ਹੋ ਜਾਂਦਾ ਸੀ ਮਹੀਨੇ ਦਾ, ਬਲਕਿ ਜ਼ਿਆਦਾ 400 ਕਹਿ ਦਿਓ। ਉਹ ਮੁਸਲਮਾਨ ਮੁੰਡੇ ਜਿਹੜੇ ਸਨ, 80 ਮੁੰਡੇ ਮੁਸਲਮਾਨ ਸਨ ਸਾਰੇ। 80 ਮੁੰਡਿਆਂ ਦੇ ਵਿੱਚੋਂ ਕੋਈ ਨਾ ਕੋਈ ਵਜ਼ੀਫੇ ਮਿਲ ਜਾਂਦੇ ਹਨ, ਕੁਝ ਖਾਂਦੇ ਪੀਂਦੇ ਘਰਾਂ ਪਟਵਾਰੀ ਦੇ ਮੁੰਡੇ ਸਨ। ਬਾਕੀ ਜਿਹੜੇ ਸਨ ਨਾ, ਉਹਨਾਂ ਨੂੰ ਜਿਹਨਾਂ ਜ਼ਰੂਰਤ ਹੁੰਦੀ ਸੀ ਐਡਵਰਟਾਈਜ਼ ਕਰਦੇ ਹਨ, ਅਪਲਾਈ ਕਰਦੇ ਉਹਦਾ ਵਜ਼ੀਫਾ ਦਿੰਦੇ। ਇਹ ਸਾਰੇ ਉਹ ਮੁਸਲਮਾਨ ਪਾਰਟੀ, ਇਹ ਸੂਰਤ ਆ ਗਈ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਸਾਰੀ। ਪਾਕਿਸਤਾਨ ਬਣਨ ਤੋਂ ਬਾਅਦ 1962 ਤੱਕ ਇਹ ਹੋਈ ਆ। 1962 ਦਾ ਕੁਝ ਹਾਲਾਤ ਅੱਛੇ ਹੋ ਗਏ ਸਨ 1947 ਤੋਂ ਬਾਅਦ, ਲੇਕਿਨ 1947 ਤੋਂ ਪਹਿਲਾਂ ਇਹ ਹੋਈ ਆ ਜਿਹੜੀ ਮਤਲਬ ਜਦੋਂ ਮੈਂ ਜੁਆਇਨ ਕੀਤੀ ਨਾ ਸਰਵਿਸ 1945 'ਚ, ਤੇ ਮੇਰੀ ਤਨਖਾਹ 80 ਜਮਾ 18 ਰੁਪਈਏ ਮਹਿੰਗਾਈ 98 ਰੁਪਈਏ ਸੀ। 98 ਰੁਪਈਏ ਮੇਰੀ ਤਨਖਾਹ ਸੀ। ਜਦੋਂ ਮੈਂ 1954 'ਚ ਅਸਿਸਟੈਂਟ ਪ੍ਰੋਫੈਸਰ ਹੋ ਗਿਆ 53 ਤੋਂ 1953 ਰੁਪਏ, ਤੇ ਮੇਰੀ ਤਨਖਾਹ 250 ਰੁਪਈਆ ਹੋ ਗਈ। ਤੇ ਮੈਨੂੰ ਜਿਹੜੇ ਮੈਂ ਫਿਰ 1961 ਦੇ ਵਿੱਚ ਕਲਾਸ 1 ਹੋ ਗਿਆ, ਤੇ ਮੈਂ ਸੀਨੀਅਰ ਕਲਾਸ 1 ਹੋ ਗਿਆ, ਮੇਰੀ ਤਨਖਾਹ 700 ਸੀ। ਡਾਕਟਰ ਸਾਹਿਬ, ਇਹ ਮੇਰੇ ਸਾਹਮਣੇ ਡਾਕਟਰ ਮਨਜ਼ੂਰ ਰੱਖ ਸੀ, ਇਹ ਮੈਂ ਬੈਠ ਕੰਮ ਕਰਦਾ। ਜਦੋਂ ਮੇਰੀ ਤਨਖਾਹ ਹੋਈ ਨਾ 750, ਇਹਨਾਂ ਨੇ ਇੱਕ ਪੁੱਛਿਆ ਇਹ ਖਰਚ ਕਿੱਥੇ ਕਰੇਗਾ। ਮੈਂ 1985 ਰਿਟਾਇਰ ਹੋਇਆ ਨਾ, ਰਿਟਾਇਰ ਹੋਇਆ, ਤੇ ਮੇਰੀ ਤਨਖਾਹ ਸੀ 6000 ਰੁਪਈਆ ਕੁੱਲ। 6000 ਦੇ ਵਿੱਚੋਂ ਅਲਾਊਂਸ ਪਾ ਕੇ 52 ਰੁਪਈਏ ਮੇਰੀ ਅਸਲ ਤਨਖਾਹ ਸੀ, 200 ਰੁਪਈਆ ਅਲਾਊਂਸ ਸੀ, ਤੇ 400 ਰੁਪਈਆ ਉਹ ਜਿਹੜਾ ਕੋ ਫੰਡ ਸੀ। ਜਦੋਂ ਮੈਂ ਰਿਟਾਇਰ ਹੋਇਆ ਤੇ ਮੇਰੀ ਪੈਨਸ਼ਨ ਮਿਲੀ, ਮੈਂ ਡਿਸਟ੍ਰਿਕਟ ਅਕਾਊਂਟ ਅਫਸਰ ਗਿਆ, ਤੇ ਉਹ ਮੇਰੀ ਪੈਨਸ਼ਨ ਬਣੀ 1735 ਰੁਪਏ। 1735 ਰੁਪਏ ਮੇਰੀ ਪੈਨਸ਼ਨ ਬਣੀ, ਤੇ 2 ਲੱਖ ਰੁਪਈਆ ਮੈਨੂੰ ਗ੍ਰੈਜੂਏਟੀ, 2,34,000 ਇਹ ਮੈਨੂੰ ਗ੍ਰੈਜੂਏਟੀ ਦਿੱਤੀ। 20 ਸਾਲ ਦਾ ਮੈਂ ਅਫਸਰ ਅੱਗੇ ਸੁਣਾ। ਮੈਂ ਉੱਥੇ ਬੈਠੇ ਤੇ ਜਿਹੜਾ ਡਿਸਟ੍ਰਿਕਟ ਅਕਾਊਂਟ ਅਫਸਰ ਸੀ ਨਾ, ਉਹਦਾ ਅਸਿਸਟੈਂਟ ਅਕਾਊਂਟ ਸੀ, ਮੈਂ ਉਹਨੂੰ ਗਿਲਾ ਕੀਤਾ। ਮੈਂ ਕਿਹਾ ਜੀ ਇਹ ਵੇਖੋ, ਇੱਕ ਸਾਨੂੰ ਕਾਹਦੀ ਪੈਨਸ਼ਨ ਮੇਰੀ 1735 ਰੁਪਏ। ਉਹ ਕਹਿੰਦੇ ਵੀ ਆਓ, ਉਹ ਇੱਕ ਕਮਰੇ 'ਚ ਲੈ ਗਿਆ ਮੈਨੂੰ, ਕਮਰੇ 'ਚ ਲੈ ਗਿਆ, ਜੋ ਉੱਥੇ ਬੁੱਢੀਆਂ ਦੇ ਬੰਦੇ ਬੈਠੇ, ਬੁੱਢੀਆਂ ਬੰਦੀਆਂ, ਤੇ ਢੇਰ ਲਗਾ ਇੰਨੀਆਂ ਉਹਨਾਂ ਦੀਆਂ ਕਾਪੀਆਂ ਦਾ, ਜਿਹੜੀ ਪੈਨਸ਼ਨ ਬੁੱਕ ਦਾ। ਉਹ ਮੈਨੂੰ ਕਹਿਣ ਲੱਗਾ ਇਹਨਾਂ ਨੇ ਵੇਖਦੇ। ਮੈਂ ਕਹਿੰਦਾ, ਕਹਿਣ ਲੱਗੇ ਇਹ ਸੈਲਾਨੀਆਂ ਰਿਟਾਇਰ ਹੋਈਆਂ ਨੇ ਸਕੂਲ 'ਚੋਂ, ਤੇ ਸਕੂਲ ਦੀਆਂ ਤੇ ਇਹ ਜਿਹੜੇ ਮਾਸਟਰ ਨੇ ਨਾ, ਇਹ ਮਾਸਟਰ ਇਹਨਾਂ ਦੀ ਤਨਖਾਹ ਤੁਹਾਨੂੰ ਪਤਾ ਇਹਨਾਂ ਦੀ ਪੈਨਸ਼ਨ ਕਿੰਨੀ ਬਣੀ? ਕਿਸੇ ਦੀ 500 ਹੈ, ਕਿਸੇ ਦੀ 200 ਹੈ, ਕਿਸੇ ਦੀ 300, ਤੇ ਤੁਹਾਨੂੰ ਸਰ ਫਿਰ ਇੱਕ ਫਿਕਰਾ ਉਹਨੇ ਮੈਨੂੰ ਕਹਿੰਦਾ, ਮੈਨੂੰ ਪੁੱਛਦਾ ਕਹਿਣ ਲੱਗਾ ਜੀ ਇੱਥੋਂ ਚੀਫ ਇੰਜੀਨੀਅਰ ਵੀ ਰਿਟਾਇਰ ਹੋ ਗਏ ਇੱਥੋਂ ਇਹ ਮੇਰੇ ਦਫ਼ਤਰ। ਤੁਸੀਂ ਪਹਿਲੇ ਆਦਮੀ ਹੋ, ਮੈਂ ਤੁਹਾਨੂੰ ਜਿਹੜੀ ਗੱਲ, ਤੁਸੀਂ ਪਹਿਲੇ ਆਦਮੀ ਹੋ ਜਿਹੜੇ ਮੇਰੀ ਜ਼ਿੰਦਗੀ ਵਿੱਚ ਇੰਨੀ ਪੈਨਸ਼ਨ ਲੈ ਰਹੇ।